मैं विकास विरदी वोकेशनल ट्रेनर ट्रेड रिटेल गवर्नमेंट सीनियर सैकेंडरी स्कूल बटाला ਅੰਮ੍ਰਿਤਸਰ। ਅੱਜ ਅਸੀਂ ਪਰਚੂਨ ਜਾਂ ਰਿਟੇਲ ਦੀਆਂ ਗਤੀਵਿਧੀਆਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਪਰਚੂਨ ਕੀ ਹੈ। ਪਰਚੂਨ ਦੁਕਾਨ ਉਹ ਕਿੱਤਾ ਜਾਂ ਬਿਜ਼ਨਸ ਹੈ ਜੋ ਗਾਹਕ ਅਤੇ ਖਪਤਕਾਰ ਨੂੰ ਉਹਨਾਂ ਦੀਆਂ ਨਿੱਜੀ ਅਤੇ ਪਰਿਵਾਰਿਕ ਲੋੜਾਂ ਪੂਰੀਆਂ ਕਰਨ ਲਈ ਵਸਤਾਂ ਅਤੇ ਸੇਵਾਵਾਂ ਮੁਹੱਈਆ ਕਰਦੀ ਹੈ। ਮਤਲਬ ਉਸ ਦੀ ਆਪਣੀਆਂ ਲੋੜਾਂ ਅਤੇ ਉਸਦੇ ਪਰਿਵਾਰ ਦੀਆਂ ਲੋੜਾਂ ਦੀਆਂ ਵਸਤੂਆਂ ਜਾਂ ਸੇਵਾਵਾਂ ਨੂੰ ਉਹ ਮੁਹੱਈਆ ਕਰਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪਰਚੂਨ ਸਟੋਰਾਂ ਦਾ ਵਰਗੀਕਰਨ। ਸਭ ਤੋਂ ਪਹਿਲਾਂ ਵੇਚਿਆ ਜਾਣ ਵਾਲਾ ਸਮਾਨ। ਠੀਕ ਹੈ ਜੀ, ਜੋ ਸਮਾਨ ਨੂੰ ਅਸੀਂ ਵੇਚ ਸਕਦੇ ਹਾਂ ਉਹ ਸਮਾਨ ਇਹਦੇ ਵਿੱਚ ਆਏਗਾ। ਦੂਜਾ ਵਰਗੀਕਰਨ ਹੈ ਜੀ ਖਾਣ ਪੀਣ ਵਾਲਾ ਸਮਾਨ, ਜਿਹੜਾ ਕਿ ਆਮ ਤੌਰ 'ਤੇ ਅਸੀਂ ਖਾਣ ਪੀਣ ਲਈ ਖਰੀਦਦੇ ਹਾਂ, ਜਿੱਦਾਂ ਬਰਗਰ, ਪੀਜ਼ਾ ਜਾਂ ਆਪਣੇ ਘਰੇਲੂ ਸਮਾਨ ਜਿਸ ਵਿੱਚ ਖੰਡ, ਘਿਓ, ਪਨੀਰ ਵਗੈਰਾ ਆ ਜਾਂਦਾ, ਉਹ ਕੀ ਹੈ, ਖਾਣ ਪੀਣ ਵਾਲਾ ਸਮਾਨ। ਤੀਸਰਾ ਹੰਢਣਸਾਰ ਸਮਾਨ, ਜਿਵੇਂ ਫਰਨੀਚਰ ਹੋ ਗਿਆ, ਆਪਣੇ ਅਲਮਾਰੀ ਹੋ ਗਈਆਂ, ਕਾਰਾਂ ਹੋ ਗਈਆਂ, ਜੋ ਕਿ ਸਾਲ ਦੀ ਸਾਲ ਚੱਲਦੀਆਂ ਹਨ, ਉਹਨਾਂ ਨੂੰ ਬੋਲਦੇ ਹਨ ਹੰਢਣਸਾਰ ਸਮਾਨ। ਚੌਥਾ ਨਰਮ ਖਪਤਕਾਰੀ ਵਸਤਾਂ, ਜਿਵੇਂ ਕੱਪੜਾ ਹੋ ਗਿਆ, ਕੰਬਲ ਹੋ ਗਏ, ਰਜਾਈਆਂ ਹੋ ਗਈਆਂ ਆਦਿ। ਅੱਗੇ ਅਸੀਂ ਦੇਖਾਂਗੇ ਕਿ ਗੁਡਸ ਅਤੇ ਸਰਵਿਸਿਜ਼ ਵਿੱਚ ਕੀ ਡਿਫਰੈਂਸ ਹੈ, ਯਾਨੀ ਕਿ ਵਸਤਾਂ ਅਤੇ ਸੇਵਾਵਾਂ ਵਿੱਚ ਕੀ ਅੰਤਰ ਹੈ। ਵਸਤਾਂ ਉਹ ਹੁੰਦੀਆਂ ਹਨ ਜਿਵੇਂ ਕਿ ਜਿਸ ਨੂੰ ਅਸੀਂ ਦੇਖ ਸਕਦੇ ਹਾਂ, ਉਹਨੂੰ ਛੂਹ ਸਕਦੇ ਹਾਂ, ਜੋ ਕਿ ਫਿਜ਼ੀਕਲੀ ਹੁੰਦੀਆਂ ਹਨ। ਪਰ ਸੇਵਾਵਾਂ ਸਿਰਫ ਮਹਿਸੂਸ ਕਰ ਸਕਦੇ ਹਾਂ, ਉਹਨਾਂ ਨੂੰ ਦੇਖ ਨਹੀਂ ਸਕਦੇ, ਜਿਵੇਂ ਕਿ ਡਾਕਟਰ ਦੀ ਫੀਸ ਜਾਂ ਹੋਮ ਡਿਲੀਵਰੀ ਦੀ ਫੀਸ ਐਟਸੈਟਰਾ। ਸਟੋਰ ਵਿੱਚ ਹੋਣ ਵਾਲੀਆਂ ਗਤੀਵਿਧੀਆਂ। ਸਟੋਰ ਸਥਾਪਿਤ ਕਰਨਾ ਪਹਿਲੀ ਗਤੀਵਿਧੀ ਹੈ, ਜੋ ਕਿ ਅਸੀਂ ਸਟੋਰ ਸਥਾਪਿਤ ਕਰਦੇ ਹਾਂ ਵੀ ਇਸ ਜਗ੍ਹਾ 'ਤੇ ਸਟੋਰ ਬਣੇਗਾ, ਉਹਨੂੰ ਬਣਾਵਾਂਗੇ। ਉਸ ਤੋਂ ਬਾਅਦ ਗਾਹਕ ਨੂੰ ਆਕਰਸ਼ਿਤ ਕਰਨ ਲਈ ਅਸੀਂ ਐਡਵਰਟਾਈਜ਼ਮੈਂਟ ਦੇ ਸਕਦੇ ਹਾਂ, ਜਾਂ ਕੁਝ ਵੀ ਮਸ਼ਹੂਰੀ ਜਾਂ ਪੈਂਪਲੇਟ ਵਗੈਰਾ ਬਣਵਾ ਕੇ ਅਸੀਂ ਲੋਕਾਂ ਨੂੰ ਜਾਂ ਗਾਹਕਾਂ ਨੂੰ ਦੱਸ ਸਕਦੇ ਹਾਂ ਕਿ ਆਪਾਂ ਇੱਥੇ ਕਿਹੜਾ ਸਟੋਰ ਖੋਲ੍ਹਣ ਲੱਗੇ ਹਾਂ, ਆਪਣੇ ਸਮਾਨ ਦੀ ਮਸ਼ਹੂਰੀ ਕਰ ਸਕਦੇ ਹਾਂ। ਤੀਜਾ ਵਸਤਾਂ ਦੀ ਖਰੀਦ ਕਰਨੀ ਮਤਲਬ ਜੋ ਵੀ ਜ਼ਰੂਰਤ ਦੀ ਸਮਾਨ ਹੈ ਉਸ ਦੀ ਖਰੀਦ ਕਰਨੀ। ਚੌਥਾ ਕਰਮਚਾਰੀ ਰੱਖਣੇ, ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਕੱਲਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ, ਉਸ ਨੂੰ ਸਹਾਇਤਾ ਲਈ ਆਪਣੇ ਕਰਮਚਾਰੀ ਰੱਖਣੇ ਪੈਣੇ ਹੁੰਦੇ ਹੈ। ਚੌਥਾ ਕੀਮਤਾਂ ਨਿਰਧਾਰਿਤ ਕਰਨੀਆਂ। ਕੀਮਤਾਂ ਨਿਰਧਾਰਿਤ ਕਰਨਾ ਵੀ ਇੱਕ ਬਹੁਤ ਵੱਡਾ ਕੰਮ ਹੈ, ਕਿਉਂਕਿ ਇਸ ਵਿੱਚ ਆਪਣਾ ਪ੍ਰੋਫਿਟ ਵੀ ਦੇਖਣਾ ਪੈਂਦਾ ਅਤੇ ਗਾਹਕ ਨੂੰ ਵੀ ਇੰਝ ਨਹੀਂ ਲੱਗਣਾ ਚਾਹੀਦਾ ਕਿ ਉਸ ਨੂੰ ਲੁੱਟਿਆ ਜਾ ਰਿਹਾ, ਯਾਨੀ ਕਿ ਰੀਜ਼ਨੇਬਲ ਪ੍ਰਾਈਸ ਹੀ ਰੱਖਣੇ ਚਾਹੀਦੇ ਆਪਣੇ ਸਮਾਨ ਦੇ। ਵਸਤਾਂ ਦਾ ਭੰਡਾਰ ਕਰਨਾ। ਫਿਰ ਉਸ ਤੋਂ ਅੱਗੇ ਕੀ ਹੈ ਕਿ ਵਸਤਾਂ ਦਾ ਭੰਡਾਰ ਕਰਨਾ ਮਤਲਬ ਜਿਸ ਚੀਜ਼ ਦੀ ਜ਼ਿਆਦਾ ਡਿਮਾਂਡ ਹੈ ਉਸ ਨੂੰ ਜ਼ਿਆਦਾ ਆਪਣੇ ਭੰਡਾਰ ਕਰਕੇ ਰੱਖਣਾ, ਸਟੋਰ ਕਰਕੇ ਰੱਖਣਾ ਚਾਹੀਦਾ ਹੈ, ਤਾਂ ਜੋ ਜਿਸ ਵੇਲੇ ਜ਼ਿਆਦਾ ਜ਼ਰੂਰਤ ਜਾਂ ਡਿਮਾਂਡ ਹੋਵੇ ਤਾਂ
ਸਟੋਰ ਤੋਂ ਕੱਢ ਕੇ ਦਿੱਤੀ ਜਾ ਸਕੇ। ਵਿਗਿਆਪਨ ਕਰਨਾ, ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਵਿਗਿਆਪਨ ਦੇ ਕੀ ਫਾਇਦੇ ਹਨ। ਉਹ ਵਿਗਿਆਪਨ ਆਪਾਂ ਟੀਵੀ, ਰੇਡੀਓ ਜਾਂ ਅਖਬਾਰਾਂ ਥਰੂ ਕਰ ਸਕਦੇ ਹਾਂ, ਜਿਸ ਨਾਲ ਵਿਕਰੀ ਵਿੱਚ ਵਾਧਾ ਹੋਣ ਦੇ ਚਾਂਸ ਹੁੰਦੇ ਆ। ਉਸ ਤੋਂ ਅੱਗੇ ਹੈ ਜੀ ਸਭ ਵੱਡਾ ਕੰਮ SOP ਨਿਰਧਾਰਿਤ ਕਰਨਾ, ਯਾਨੀ ਕਿ SOP ਕੀ ਹੈ? ਅਸੀਂ ਪੰਜਾਬੀ ਵਿੱਚ ਇਸ ਨੂੰ ਆਦਰਸ਼ ਕਾਰਵਾਈ ਜ਼ਾਬਤਾ ਵੀ ਕਹਿ ਸਕਦੇ ਹਾਂ। SOP ਮਤਲਬ ਲਿਖਤੀ ਨਿਰਦੇਸ਼ਾਂ ਦਾ ਸਮੂਹ ਹੁੰਦਾ, ਜਿਸ ਵਿੱਚ ਸੰਸਥਾ ਵਿੱਚ ਹੋਣ ਵਾਲੇ ਰੋਜ਼ਾਨਾ ਕੰਮਾਂ ਦੀ ਵਿਧੀ ਲਿਖੀ ਹੁੰਦੀ ਹੈ। ਮਤਲਬ ਤੁਹਾਡੇ ਸਾਰੇ ਕੰਮ ਕਰਨ ਦੇ ਗਾਈਡਲਾਈਨਸ ਉਹ SOP 'ਚ ਲਿਖੇ ਹੁੰਦੇ ਹਨ ਕਿ ਕਿਹਦੀਆਂ ਕੀ ਜ਼ਿੰਮੇਵਾਰੀਆਂ ਹਨ, ਰਿਸਪੋਂਸੀਬਿਲਿਟੀਜ਼ ਹਨ। ਅੱਗੇ ਇਸਦੇ ਫਾਇਦੇ ਕੀ ਹੈ? SOP ਦੇ ਫਾਇਦੇ ਕੀ ਹੈ? ਪਹਿਲਾਂ, ਰੁਕਾਵਟ ਰਹਿਤ ਕੰਮਕਾਜ। ਜੇ ਸਾਨੂੰ ਪਤਾ ਹੋਏ ਕਿ ਅਸੀਂ ਸਾਡੀ ਕੀ ਰਿਸਪੋਂਸੀਬਿਲਿਟੀਜ਼ ਹੈ, ਕੀ ਡਿਊਟੀਜ਼ ਹੈ, ਅਤੇ ਅਸੀਂ ਉਸ ਨੂੰ ਸਹੀ ਢੰਗ ਨਾਲ ਅਤੇ ਬਿਨਾਂ ਕਿਸੇ ਤੋਂ ਪੁੱਛੇ ਕੰਮ ਕਰ ਸਕਦੇ ਹਾਂ ਅਤੇ ਤੇਜ਼ੀ ਨਾਲ ਕੰਮ ਕਰ ਸਕਦੇ ਹਾਂ। ਵਿਕਰੀ ਵਿੱਚ ਵਾਧਾ, ਜਿਸ ਕਾਰਨ ਜੋ ਗਾਹਕ ਹੈ ਉਹਨੂੰ ਪੂਰੀ ਸੁਵਿਧਾ ਮਿਲਦੀ ਹੈ ਅਤੇ ਉਹਦੇ ਕਾਰਨ ਉਹ ਕਿਸੇ ਆਹੀ ਚੀਜ਼ਾਂ ਬਾਹਰ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਦਾ ਹੈ, ਜਿਸ ਨਾਲ ਵਿਕਰੀ ਵਿੱਚ ਵਾਧਾ ਹੋਣ ਦੇ ਚਾਂਸ ਹੋ ਜਾਂਦੇ ਹਨ। ਕਰਮੀਆਂ ਦੀ ਉਤਪਾਦਕਤਾ ਵਿੱਚ ਵਾਧਾ, ਅਤੇ ਕਰਮੀਆਂ ਦੀ ਉਤਪਾਦਕਤਾ ਵਿੱਚ ਵਾਧਾ ਹੋ ਜਾਂਦਾ ਹੈ ਕਿਉਂਕਿ ਉਸਨੂੰ ਸਾਰੀਆਂ ਆਪਣੀਆਂ ਡਿਊਟੀਆਂ ਦਾ ਪਤਾ ਹੁੰਦਾ ਹੈ ਅਤੇ ਉਹ ਉਹਦੇ ਅਕੋਰਡਿੰਗਲੀ ਹੀ ਕੰਮ ਕਰਦੇ ਹਨ, ਜਿਸ ਨਾਲ ਉਹਨਾਂ ਦੀ ਉਤਪਾਦਕਤਾ ਵਿੱਚ ਵਾਧਾ ਹੁੰਦਾ ਹੈ। ਸਟੋਰ ਦੀ ਮਸ਼ਹੂਰੀ, ਅਤੇ ਸਟੋਰ ਦੀ ਮਸ਼ਹੂਰੀ ਕਰਨਾ ਵੀ ਇੱਕ ਬਹੁਤ ਵੱਡਾ ਕੰਮ ਹੈ। ਮਤਲਬ ਉਹ ਕਿੱਦਾਂ ਕੀਤੀ ਜਾ ਸਕਦੀ ਹੈ ਕਿ ਸਟੋਰ ਦੀ ਮਸ਼ਹੂਰੀ ਆਪਣੀ ਕੇਬਲ ਓਪਰੇਟਰ ਨਾਲ ਗੱਲ ਕਰਕੇ ਉਹਦੇ ਵਿੱਚ ਮਸ਼ਹੂਰੀਆਂ ਪਾ ਸਕਦੇ ਹਨ, ਅਖਬਾਰਾਂ ਵਿੱਚ ਪੈਂਪਲੇਟਸ ਪਵਾ ਕੇ ਵੀ ਕਰ ਸਕਦੇ ਹਨ। ਸਟੋਰ ਗਤੀਵਿਧੀਆਂ ਦੇ ਬੁਨਿਆਦੀ ਨਿਯਮ। ਸਟੋਰ ਗਤੀਵਿਧੀਆਂ ਦੇ ਬੁਨਿਆਦੀ ਨਿਯਮ ਹਨ। ਪਹਿਲਾ, ਸਟੋਰ ਦੀ ਰੂਪਰੇਖਾ ਤਿਆਰ ਕਰਨੀ। ਦੂਸਰੀ, ਸਟੋਰ ਦੀ ਤਿਆਰੀ, ਉਸ ਤੋਂ ਬਾਅਦ ਉਸਦੀ ਤਿਆਰੀ ਕਰਨੀ। ਤੀਸਰੀ, ਸਟੋਰ ਦੀਆਂ ਕਾਰਜ ਪ੍ਰਣਾਲੀਆਂ, ਅਤੇ ਚੌਥਾ, ਸਟੋਰ ਦੀਆਂ ਦੇਖਭਾਲ। ਹੁਣ ਅਸੀਂ ਗੱਲ ਕਰਦੇ ਹਾਂ ਸਟੋਰ ਦੀ ਰੂਪਰੇਖਾ ਬਾਰੇ। ਰੂਪਰੇਖਾ ਦਾ ਮਤਲਬ ਹੁੰਦਾ ਸਟੋਰ ਦੀ ਅੰਦਰੂਨੀ ਇਕਾਈਆਂ ਨੂੰ ਕਿੱਥੇ ਕਿੱਥੇ ਰੱਖਿਆ ਜਾਵੇ ਤਾਂ ਜੋ ਗਾਹਕ ਆਸਾਨੀ ਨਾਲ ਖਰੀਦ ਕਰ ਸਕੇ। ਠੀਕ ਹੈ ਜੀ। ਉਹ ਸਟੋਰ ਦੀ ਇੰਟੀਰੀਅਰ ਮਤਲਬ ਡੈਕੋਰੇਸ਼ਨ ਕਹਿ ਸਕਦੇ ਹੋ ਕਿ ਕਿੱਦਾਂ ਆਪਾਂ ਸਮਾਨ ਦੀ ਪ੍ਰਦਰਸ਼ਨੀ ਕਰਨੀ ਹੈ ਕਿ ਜੋ ਗਾਹਕ ਹੈ ਉਸ ਨੂੰ ਆਸਾਨੀ ਨਾਲ ਖਰੀਦ ਕਰ ਸਕੇ। ਹੁਣ ਰੂਪਰੇਖਾ ਬਣਾਉਣ ਵਿੱਚ ਧਿਆਨਯੋਗ ਗੱਲਾਂ, ਰੂਪਰੇਖਾ ਤਿਆਰ ਕਰਨ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਕਰਨਾ ਚਾਹੀਦਾ ਹੈ? ਉਹ ਪਹਿਲਾ ਹੈ ਸਟੋਰ ਦਾ ਵਾਤਾਵਰਨ। ਵਾਤਾਵਰਨ ਸਾਫ ਸੁਥਰਾ ਹੋਣਾ ਚਾਹੀਦਾ ਹੈ। ਦੂਸਰਾ, ਵਿਕਰੀ ਵਿੱਚ ਵਾਧਾ। ਵਿਕਰੀ ਨੂੰ ਵਧਾਉਣ ਵਿੱਚ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿੱਦਾਂ ਡਿਸਕਾਊਂਟ ਜਾਂ ਕੋਈ ਵੀ ਆਪਣੇ ਇੱਕ ਸੰਕੇਤਕ ਲਗਾ ਕੇ ਲੋਕਾਂ ਨੂੰ ਲੁਭਾਉਣਾ ਚਾਹੀਦਾ ਹੈ, ਗਾਹਕਾਂ ਨੂੰ ਲੁਭਾਉਣਾ ਚਾਹੀਦਾ ਹੈ, ਜਿਸ ਨਾਲ ਕਿ ਵਿਕਰੀ ਵਿੱਚ ਵਾਧਾ ਹੋਏ। ਪ੍ਰਤੀ ਵਰਗ ਫੁੱਟ ਲਾਭ ਵਧਾਉਣਾ, ਮਤਲਬ ਕਿ ਹਰ ਇੱਕ ਕੰਪਨੀ ਜਾਂ ਡਿਪਾਰਟਮੈਂਟ ਸਟੋਰ ਦਾ ਮੇਨ ਮੰਤਵ ਹੀ ਇਹ ਹੁੰਦਾ ਹੈ ਕਿ ਆਪਣੇ ਲਾਭ ਨੂੰ ਵੱਧ ਤੋਂ ਵੱਧ ਕਰਨਾ। ਦੁਕਾਨ ਦੇ ਰੂਪ ਦਾ ਵੰਡ ਵਸਤੂ ਨਾਲ ਤਾਲਮੇਲ, ਅਤੇ ਜਿਹੜੀ ਵਸਤੂ ਆਪਾਂ ਵੇਚ ਰਹੇ ਹਾਂ ਉਸ ਦੇ ਅਕੋਰਡਿੰਗਲੀ ਹੀ ਦੁਕਾਨ ਦਾ ਰੂਪ ਬਣਾਉਣਾ ਚਾਹੀਦਾ ਹੈ, ਜਿਸ ਨਾਲ ਕਿ ਦੂਰੋਂ ਹੀ ਪਤਾ ਚੱਲ ਸਕੇ ਕਿ ਇਹ ਕਿਸ ਦੀ ਦੁਕਾਨ ਹੈ, ਕਿਸ ਚੀਜ਼ ਦੀ ਦੁਕਾਨ ਹੈ। ਅਸਮਰਥਾ, ਅੰਗਹੀਣਾਂ, ਅਪਾਹਜਾਂ ਅਤੇ ਔਰਤਾਂ ਅਤੇ ਬੱਚਿਆਂ ਲਈ ਮਤਲਬ ਸਹਾਇਤਾ ਲਈ ਵੀਲਚੇਅਰ ਵਗੈਰਾ
ਜਾਂ ਉਹਨਾਂ ਦੀ ਹੋਰ ਸੁਵਿਧਾ ਦੇਣੀ ਚਾਹੀਦੀ ਹੈ ਤਾਂ ਜੋ ਗਾਹਕਾਂ ਦੀ ਸੁਰੱਖਿਆ ਨੂੰ ਯਕੀਨਯੋਗ ਬਣਾਇਆ ਜਾਏ। ਪਰਚੂਨ ਸਟੋਰ ਵਿੱਚ ਰੂਪਰੇਖਾ ਦੀਆਂ ਕਿਸਮਾਂ। ਪਰਚੂਨ ਕਾਰ ਨੂੰ ਦੁਕਾਨ ਦੇ ਅੰਦਰ ਦੀ ਹਰੇਕ ਇਕਾਈ ਲਈ ਪੂਰੀ ਸੋਚ ਵਿਚਾਰ ਕਰਨੀ ਪੈਂਦੀ ਹੈ, ਜਿਵੇਂ ਕਿ ਵਸਤੂ ਪ੍ਰਦਰਸ਼ਨ ਵਾਲੇ ਖਾਨੇ ਕਿੱਥੇ ਲਗਾਉਣੇ ਹੈ, ਰੈਕ ਕਿੱਥੇ ਲਗਾਉਣੇ ਹੈ, ਬੁੱਤਾਂ ਦੀ ਸਥਿਤੀ ਕਿੱਥੇ ਹੈ, ਮਤਲਬ ਬੁੱਤ ਕਿੱਥੇ ਲਗਾਉਣੇ ਆ, ਕਿਹੜੀ ਜਗ੍ਹਾ 'ਤੇ ਲਗਾਈਏ ਕਿ ਉਹ ਵਧੀਆ ਲੱਗਣ, ਅਤੇ ਨਕਦੀ ਵਾਲੀ ਜਗ੍ਹਾ ਕਿੱਥੇ ਹੋਣੀ ਚਾਹੀਦੀ ਹੈ। ਹੁਣ ਰੂਪਰੇਖਾ ਦੀ ਪਹਿਲੀ ਜਿਹੜੀ ਕਿਸਮ ਹੈ ਉਹ ਹੈ ਸਿੱਧੀ ਫਰਸ਼ ਵਿਵਸਥਾ। ਇਹਦਾ ਲਾਭ ਕੀ ਹੈ? ਗਾਹਕਾਂ ਨੂੰ ਸਟੋਰਾਂ ਵਿੱਚ ਜ਼ਿਆਦਾ ਸਮਾਂ ਬਿਤਾਉਣ ਅਤੇ ਵਸਤੂ ਦੀ ਖੋਜ ਕਰਨ ਲਈ ਪ੍ਰੇਰਿਤ ਕਰਦਾ ਹੈ, ਅਤੇ ਦੂਜਾ ਮਨੋਵੇਗੀ ਖਰੀਦ ਕਰਵਾ ਕੇ ਵਿਕਰੀ ਵਿੱਚ ਵਾਧਾ ਕਰਦਾ ਹੈ। ਦੂਜੀ ਉਸਦੀ ਕਿਸਮ ਹੈ ਆੜੀ ਫਰਸ਼ ਵਿਵਸਥਾ। ਇਸਦੇ ਲਾਭ ਹਨ ਉਚਾਈ 'ਤੇ ਲੱਗੇ ਹੋਏ ਸੰਕੇਤਕ, ਦਿਸ਼ਾ ਨਿਰਦੇਸ਼ ਅਤੇ ਵਿਭਾਗੀ ਨਕਸ਼ੇ, ਜੋ ਕਿ ਖਰੀਦਦਾਰ ਦੀ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਹੋਰਨਾਂ ਵਿਭਾਗਾਂ ਦੀ ਸਥਿਤੀ ਦਾ ਪਤਾ ਲੱਗ ਜਾਂਦਾ ਹੈ। ਮਤਲਬ ਇਸ ਤਰ੍ਹਾਂ ਦੀ ਜੋ ਕਿਸਮ ਹੁੰਦੀ ਹੈ ਉਹਦੇ ਵਿੱਚ ਸੰਕੇਤਾਂ ਰਾਹੀਂ ਗਾਹਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੀ ਜਗ੍ਹਾ 'ਤੇ ਕਿਹੜਾ ਵਿਭਾਗ ਹੈ, ਅਤੇ ਉਹ ਆਸਾਨੀ ਨਾਲ ਆਪਣਾ ਸਮਾਨ ਉਸ ਵਿਭਾਗ ਵਿੱਚੋਂ ਖਰੀਦ ਸਕਦਾ ਹੈ। ਗੋਲ ਜਾਂ ਨੋਕ ਰਹਿਤ ਫਰਸ਼ ਵਿਵਸਥਾ। ਇਸਦੇ ਕੀ ਲਾਭ ਹੈ ਜੀ? ਇਸਦੇ ਲਾਭ ਹਨ ਵਸਤਾਂ ਦਾ ਪ੍ਰਦਰਸ਼ਨ ਵਧੀਆ ਹੁੰਦਾ ਹੈ ਅਤੇ ਕੋਈ ਚੀਜ਼ ਲੁਕੀ ਨਹੀਂ ਰਹਿੰਦੀ, ਮਤਲਬ ਚਾਰੇ ਪਾਸੇ ਜਾ ਕੇ ਗਾਹਕ ਦੇਖ ਸਕਦਾ ਹੈ ਵਸਤੂ ਨੂੰ, ਅਤੇ ਹਰ ਚੀਜ਼ ਉਸਦੀ ਨਜ਼ਰ ਵਿੱਚ ਹੁੰਦੀ ਹੈ, ਅਤੇ ਇਸ ਦੀ ਲਾਗਤ ਵੀ ਘੱਟ ਆਉਂਦੀ ਹੈ। ਅੱਗੇ ਜੀ ਲਾਸਟ ਹੈ ਜੀ ਮਿਸ਼ਰਤ ਰੂਪ ਰੇਖਾ। ਇਸ ਵਿੱਚ ਗਾਹਕ ਆਸਾਨੀ ਨਾਲ ਆ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਹਰ ਇੱਕ ਤਰ੍ਹਾਂ ਦਾ ਮਤਲਬ ਉਹਦੇ ਵਿੱਚ ਗੋਲ ਰੂਪ ਰੇਖਾ ਵੀ ਹੋਏਗੀ, ਸਿੱਧੀ ਫਰਸ਼ ਰੇਖਾ ਵੀ ਹੋਏਗੀ, ਅਤੇ ਆੜੀ ਫਰਸ਼ ਰੇਖਾ ਵੀ ਹੋਏਗੀ, ਅਤੇ ਉਹ ਆਰਾਮ ਨਾਲ ਆ ਜਾ ਕੇ ਆਸਾਨੀ ਨਾਲ ਜਿੱਥੋਂ ਜੋ ਸਮਾਨ ਲੈਣਾ ਲੈ ਸਕਦਾ ਹੈ। ਸਟੋਰ ਦੀ ਰਚਨਾ ਸੰਬੰਧੀ ਟੋਟਕੇ। ਹੁਣ ਸਟੋਰ ਦੇ ਟੋਟਕੇ ਕੀ ਹਨ? ਪਹਿਲਾ ਕੀ ਹੈ? ਦੁਕਾਨ ਦਾ ਨਾਂ ਅਤੇ ਲੋਗੋ ਵਾਲਾ ਬੋਰਡ ਉਚਾਈ 'ਤੇ ਲੱਗਾ ਹੋਵੇ। ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਗਾਹਕਾਂ ਨੂੰ ਸੁਵਿਧਾ ਪ੍ਰਦਾਨ ਹੋਣੀ ਚਾਹੀਦੀ ਹੈ ਕਿ ਜੇ ਲੋਗੋ ਸਾਡਾ ਉੱਚੀ ਜਗ੍ਹਾ 'ਤੇ ਲੱਗਾ ਹੋਏਗਾ ਅਤੇ ਦੂਰ ਤੋਂ ਵੀ ਨਜ਼ਰ ਆਵੇਗਾ, ਜਿਸ ਨਾਲ ਗਾਹਕ ਆਸਾਨੀ ਨਾਲ ਸਾਡੀ ਦੁਕਾਨ ਲੱਭ ਸਕੇਗਾ। ਦੂਸਰਾ, ਗਾਹਕ ਨੂੰ ਸਕਾਰਾਤਮਕ ਮਾਹੌਲ ਦੇਣਾ। ਉਹ ਸਕਾਰਾਤਮਕ ਮਤਲਬ ਵੀ ਉਹਦੀ ਰਿਸਪੈਕਟ ਕਰੋ, ਉਹਨਾਂ ਨੂੰ ਪੂਰੀ ਸੁਵਿਧਾ ਦੇਣ ਦੀ ਕੋਸ਼ਿਸ਼ ਕਰੋ ਅਤੇ ਉਸਦੀ ਜੋ ਵੀ ਜ਼ਰੂਰਤ ਹੈ ਉਹ ਪੂਰੀ ਕਰੋ। ਤੀਸਰਾ, ਬੁੱਤਾਂ ਨੂੰ ਨਵੇਂ ਅਤੇ ਪ੍ਰਚਲਿਤ ਕੱਪੜੇ ਪਹਿਨਾਓ। ਜਿਹੜੇ ਬੁੱਤ ਹੈ ਸਾਡੀਆਂ ਡਮੀਆਂ ਹੁੰਦੀਆਂ, ਉਸ ਨੂੰ ਨਵੇਂ ਅਤੇ ਪ੍ਰਚਲਿਤ ਜਿਹੜੇ ਕਿ ਅੱਜ ਕੱਲ੍ਹ ਚੱਲਣ ਵਾਲੇ ਕੱਪੜੇ ਪਹਿਨਾਓ, ਜਿਸ ਨਾਲ ਲੋਕ ਆਕਰਸ਼ਿਤ ਹੋਣ। ਡਰੈਸਿੰਗ ਰੂਮ ਵੀ ਸਾਫ ਸਫਾਈ ਦਾ ਖਾਸ ਖਿਆਲ, ਮਤਲਬ ਜੋ ਡਰੈਸਿੰਗ ਰੂਮ ਹੁੰਦਾ ਉਹਦੀ ਸਾਫ ਸਫਾਈ ਹੋਣੀ ਚਾਹੀਦੀ ਹੈ। ਗਾਹਕਾਂ ਅਨੁਸਾਰ ਦੀਵਾਰਾਂ 'ਤੇ ਰੰਗਾਂ ਦੀ ਵਰਤੋਂ, ਅਤੇ ਜਿਹੜੇ ਗਾਹਕਾਂ ਨੂੰ ਜ਼ਿਆਦਾ ਪਸੰਦ ਹੁੰਦੇ ਹਨ ਰੰਗ, ਉਹ ਰੰਗਾਂ ਦੀ ਵਰਤੋਂ ਦੀਵਾਰਾਂ 'ਤੇ ਕਰਨੀ ਚਾਹੀਦੀ ਹੈ। ਸਟੋਰ ਵਿੱਚ ਬੇਲੋੜਾ ਫਰਨੀਚਰ ਨਾ ਰੱਖੋ। ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਫਰਨੀਚਰ ਬੇਲੋੜਾ ਹੋਏ ਤਾਂ ਫਾਇਦਾ ਨਹੀਂ ਹੈ, ਉਹਦੇ ਨਾਲ ਕੀ ਹੈ ਰੁਕਾਵਟਾਂ ਹੀ ਪੈਦਾ ਹੁੰਦੀਆਂ ਹਨ। ਸਟੋਰ ਵਿੱਚ ਤੀਵਰ ਸਵਰ ਵਿੱਚ ਸੰਗੀਤ ਨਾ ਵਜਾਓ। ਸਟੋਰ ਵਿੱਚ ਮੱਧਮ ਸੰਗੀਤ ਹੋਏ ਤਾਂ ਉਸਦਾ ਅਲੱਗ ਮਜ਼ਾ ਹੈ। ਅਗਰ ਤੀਵਰ ਗਤੀ ਜਾਂ ਤੀਵਰ ਸਵਰ ਵਿੱਚ ਸੰਗੀਤ ਵੱਜਿਆ ਜਾਏ ਤਾਂ ਅਸੀਂ ਆਪਣਾ ਜਿਹੜਾ ਮੈਸੇਜ ਜਾਂ ਆਪਣੀ ਸੁਵਿਧਾ ਜਿਹੜੀ ਆ ਉਹ ਗਾਹਕਾਂ ਨੂੰ ਨਹੀਂ ਦੇ ਸਕਦੇ। ਗਾਹਕ ਕੁਝ ਮੰਗਣਗੇ ਅਤੇ ਆਪਾਂ ਕੁਝ ਦਿਆਂਗੇ। ਰੋਸ਼ਨੀ ਦਾ ਚੰਗਾ ਪ੍ਰਬੰਧ ਰੱਖੋ।
ਜਿੰਨੀ ਵਧੀਆ ਰੋਸ਼ਨੀ ਹੋਏਗੀ ਸਟੋਰਾਂ ਵਿੱਚ ਓਨਾ ਵਧੀਆ ਹੈ, ਜਿਸ ਨਾਲ ਸਾਡਾ ਸਮਾਨ ਸਾਫ਼ ਤੇ ਚਮਕੀਲਾ ਦਿਖੇਗਾ। ਰਸਤੇ ਵਿੱਚ ਰੁਕਾਵਟ ਨਹੀਂ ਹੋਣੀ ਚਾਹੀਦੀ, ਅਤੇ ਰਸਤੇ ਵਿੱਚ ਕੋਈ ਵੀ ਰੁਕਾਵਟ ਨਹੀਂ ਹੋਣੀ ਚਾਹੀਦੀ, ਜਿਸ ਨਾਲ ਸਾਡਾ ਗਾਹਕ ਆਪਣੇ ਸਮਾਨ ਤੱਕ ਜੋ ਕਿ ਉਹਨਾਂ ਨੂੰ ਲੋੜੀਂਦਾ ਹੈ ਉੱਥੋਂ ਤੱਕ ਨਾ ਪਹੁੰਚੇ ਅਤੇ ਖਰੀਦਦਾਰ ਨਾ ਕਰੇ। ਰੂਪ ਰੇਖਾ ਅਤੇ ਰਚਨਾ ਤਿਆਰ ਕਰਨ ਵੇਲੇ ਚੋਰੀ ਤੋਂ ਬਚਣ ਲਈ ਧਿਆਨ ਰੱਖਣ ਯੋਗ ਗੱਲਾਂ। ਪਹਿਲੀ ਗੱਲ, ਕੈਮਰੇ ਲਗਾ ਕੇ ਗਾਹਕਾਂ 'ਤੇ ਨਜ਼ਰ ਰੱਖੋ। ਦੂਜੀ, ਪ੍ਰਵੇਸ਼ ਜਾਂ ਨਿਕਾਸ ਦੁਆਰ ਦੇ ਨੇੜੇ ਛੋਟੀਆਂ ਵਸਤਾਂ ਨਾ ਰੱਖੋ। ਮਤਲਬ ਵੀ ਛੋਟੀ ਵਸਤਾਂ ਰੱਖਾਂਗੇ ਤਾਂ ਉਹ ਆਸਾਨੀ ਨਾਲ ਲੁਕਾ ਹੋ ਸਕਦਾ ਹੈ, ਉਹ ਜੇਬ 'ਚ ਪਾ ਕੇ ਲੈ ਜਾ ਸਕਦਾ ਹੈ। ਤੀਸਰਾ, ਕੀਮਤੀ ਵਸਤਾਂ ਜਿਵੇਂ ਘੜੀਆਂ, ਗਹਿਣੇ, ਮੋਬਾਈਲ ਫੋਨ ਆਦਿ ਤਾਲਾਬੰਦ ਖਾਨਿਆਂ ਵਿੱਚ ਰੱਖੋ, ਜਿਸ ਨਾਲ ਕਿ ਚੋਰੀ ਹੋਣ ਦਾ ਖਤਰਾ ਘੱਟ ਜਾਂਦਾ ਹੈ। ਸਟੋਰ ਵਿੱਚ ਹੋਣ ਵਾਲੇ ਖਤਰੇ ਨਾਲ ਨਜਿੱਠਣ ਲਈ ਖਤਰੇ ਦੀਆਂ ਘੰਟੀਆਂ ਮਤਲਬ ਥੈਫਟ ਅਲਾਰਮ ਵਗੈਰਾ ਹੋਣਾ ਚਾਹੀਦਾ ਹੈ। ਹਰਕਤ ਦਾ ਪਤਾ ਲਗਾਉਣ ਵੇਲੇ ਵਾਲੇ ਸੰਵੇਦਕ ਹੋਣੇ ਚਾਹੀਦੇ ਹਨ। ਤਿਜੋਰੀ ਖੁੱਲ੍ਹਣ ਵੇਲੇ ਘੁੱਗੂ ਆਦਿ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ ਤਿਜੋਰੀ ਖੁੱਲ੍ਹਣ 'ਤੇ ਪਤਾ ਲੱਗ ਜੇ। ਦਰਵਾਜ਼ੇ ਅਤੇ ਖਿੜਕੀਆਂ ਦੇ ਸਪਰਸ਼ ਸੰਵੇਦਕ ਹੋਣੇ ਚਾਹੀਦੇ ਹਨ ਕਿ ਅਗਰ ਕੋਈ ਹੱਥ ਲਗਾਉਂਦਾ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਪਹੁੰਚ ਗਿਆ ਵਹਾਂ ਪੇ। ਸਟੋਰ ਖੋਲ੍ਹਣ ਅਤੇ ਬੰਦ ਕਰਨ ਦੀ ਵਿਧੀ। ਸਟੋਰ ਖੋਲ੍ਹਣ ਲਈ ਘੱਟੋ ਘੱਟ 2 ਕਰਮਚਾਰੀ ਹੋਣੇ ਚਾਹੀਦੇ ਹਨ। ਗਾਹਕ ਨੂੰ ਪ੍ਰਵੇਸ਼ ਦੀ ਆਗਿਆ ਦੇਣ ਤੋਂ ਪਹਿਲਾਂ ਇਹ ਤਸੱਲੀ ਕਰੋ ਕਿ ਸਾਰੇ ਕਰਮਚਾਰੀਆਂ ਦੀ ਨਜ਼ਰ ਠੀਕ ਜਗ੍ਹਾ 'ਤੇ ਪੈ ਰਹੀ ਹੈ। ਅਲਾਰਮ ਸਿਸਟਮ ਚੈੱਕ ਕੀਤੇ ਜਾਣ। ਖਤਰਾ ਭਾਣ 'ਤੇ ਸੁਰੱਖਿਆ ਵਿਭਾਗ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਨਕਦੀ ਵਾਲਾ ਗੱਲਾ ਅਤੇ ਹੋਰ ਕੀਮਤੀ ਵਸਤੂਆਂ ਨੂੰ ਸੁਰੱਖਿਅਤ ਜਗ੍ਹਾ 'ਤੇ ਤਾਲਾਬੰਦ ਕਰਨਾ ਚਾਹੀਦਾ ਹੈ। ਧੰਨਵਾਦ ਜੀ।